ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੰਸਦ ਦੇ ਬਾਰੇ। ਸੰਸਦ ਵਿੱਚ ਲੋਕ ਸਭਾ ਅਤੇ ਰਾਜ ਸਭਾ ਮੌਜੂਦ ਹੈ। ਲੋਕ ਸਭਾ ਦੇ ਵਿੱਚ 5, 4, 3 यानी कि 543 ਲੋਕਾਂ ਦੁਆਰਾ ਚੁਣੇ ਨੁਮਾਇੰਦੇ ਹੁੰਦੇ ਹਨ। ਉਸ ਦੇ ਵਿੱਚ 2 ਐਂਗਲੋ ਇੰਡੀਅਨ ਮੈਂਬਰ भी ਹੁੰਦੇ ਹਨ। ਕੁੱਲ ਇਸ ਦੇ ਵਿੱਚ 545 यानी कि 545 ਮੈਂਬਰ ਹੁੰਦੇ ਹਨ। ਜੇਕਰ ਗੱਲ ਕਰੀਏ ਅਸੀਂ ਰਾਜ ਸਭਾ ਦੇ ਬਾਰੇ, ਉਸ ਦੇ ਵਿੱਚ 2, 3, 8 यानी कि 238 ਰਾਜਾਂ 'ਚੋਂ ਆਏ ਪ੍ਰਤੀਨਿਧੀ ਹੁੰਦੇ ਹਨ। ਰਾਜਾਂ यानी कि स्टेट्स 12 ਰਾਸ਼ਟਰਪਤੀ ਵੱਲੋਂ ਨਾਮਜ਼ਦ ਹੋਏ ਮੈਂਬਰ ਹੁੰਦੇ ਹਨ। ਇਸ ਦੇ ਵਿੱਚ ਕੁੱਲ 250 ਮੈਂਬਰ ਹੁੰਦੇ ਹਨ। ਲੋਕ ਸਭਾ ਅਤੇ ਰਾਜ ਸਭਾ ਸਾਡੀ ਪਾਰਲੀਮੈਂਟ यानी कि ਸੰਸਦ ਦੇ ਮੁੱਖ ਹਨ, ਜਿਨ੍ਹਾਂ ਦੇ ਵਿੱਚ ਲੋਕ ਸਭਾ ਵਿੱਚ ਕੁੱਲ 545 ਮੈਂਬਰ ਹੁੰਦੇ ਹਨ ਅਤੇ ਰਾਜ ਸਭਾ ਵਿੱਚ 250 यानी कि 250 ਮੈਂਬਰ ਮੌਜੂਦ ਹੁੰਦੇ ਹਨ। ਅਗਲੀ ਗੱਲ ਕਰਦੇ ਹਾਂ ਅਸੀਂ ਸਰਕਾਰ ਦੇ ਰੂਪ ਦੇ ਬਾਰੇ, ਜਿਸ ਦੇ ਵਿੱਚ ਆਉਂਦੀ ਹੈ ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸੰਸਕਾਰ। ਸੰਸਦੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਪਲੱਸ ਵਿਧਾਨ ਪਾਲਿਕਾ ਦੋਹਾਂ ਦੇ ਵਿੱਚ ਯਾਨੀ ਕਿ ਗੂੜਾ ਸੰਬੰਧ ਹੈ। ਰਾਸ਼ਟਰਪਤੀ यानी कि ਨਾਮਾਤਰ ਕਾਰਜਪਾਲਿਕਾ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਹੁੰਦੀ ਹੈ। ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਸ ਨੂੰ ਲੋਕਾਂ ਨੇ ਚੁਣਿਆ ਗਿਆ ਹੁੰਦਾ ਹੈ ਅਤੇ ਜਿਹੜਾ ਸਾਡਾ ਪ੍ਰੈਜ਼ੀਡੈਂਟ यानी कि ਰਾਸ਼ਟਰਪਤੀ ਹੁੰਦਾ ਹੈ ਉਸ ਦੇ ਸਾਈਨ ਕਰਨੇ ਹੁੰਦੇ ਹਨ, ਤਾਂ ਕਿ ਉਹਨੂੰ ਕਿਹਾ ਜਾਂਦਾ ਹੈ ਨਾਮਾਤਰ ਕਾਰਜਪਾਲਿਕਾ। ਜੇ ਮੈਂ ਗੱਲ ਕਰਾਂ ਪ੍ਰਧਾਨਗੀ ਸਰਕਾਰ ਦੀ, ਉਸ ਦੇ ਵਿੱਚ ਕਾਰਜਪਾਲਿਕਾ ਦੇ ਬਾਅਦ ਵਿਧਾਨ ਪਾਲਿਕਾ ਆਉਂਦੀ ਹੈ। ਦੋਹਾਂ ਵਿੱਚ ਗੂੜਾ ਸੰਬੰਧ ਇੰਨਾ ਜ਼ਿਆਦਾ ਨਹੀਂ ਹੈ ਜਿੰਨਾ ਕਿ ਸੰਸਦੀ ਸਰਕਾਰ ਦੇ ਵਿੱਚ ਹੁੰਦਾ ਹੈ। ਇਸ ਦੇ ਵਿੱਚ ਰਾਸ਼ਟਰਪਤੀ ਹੁੰਦਾ ਹੈ, ਉਹੀ ਅਸਲੀ ਕਾਰਜਪਾਲਿਕਾ ਹੁੰਦੀ ਹੈ। ਸੰਸਦੀ ਸਰਕਾਰ ਜਿਵੇਂ ਕਿ ਸਾਡੇ ਇੰਡੀਆ ਦੀ, ਇਸ ਦੇ ਵਿੱਚ ਕਾਰਜਪਾਲਿਕਾ ਪਲੱਸ ਵਿਧਾਨ ਪਾਲਿਕਾ ਦੋਨਾਂ ਦਾ ਹੀ ਗੂੜਾ ਸੰਬੰਧ ਹੈ। ਸਾਡਾ ਪ੍ਰੈਜ਼ੀਡੈਂਟ ਹੈ ਅਤੇ ਜਿਵੇਂ ਕਿ ਰਾਮਨਾਥ ਕੋਵਿੰਦ, ਅਤੇ ਸਾਡੇ ਵਿਧਾਨ ਪਾਲਿਕਾ ਪ੍ਰਧਾਨ ਮੰਤਰੀ ਜਿਹੜੇ ਕਿ ਸਾਡੇ ਮਿਸਟਰ ਨਰਿੰਦਰ ਮੋਦੀ ਨੇ। ਉਸ ਤਰ੍ਹਾਂ ਪ੍ਰਧਾਨਗੀ ਸਰਕਾਰ ਦੇ ਵਿੱਚ ਸਿਰਫ ਰਾਸ਼ਟਰਪਤੀ ਹੁੰਦਾ ਜਿਸ ਦੇ ਕੋਲ ਅਸਲੀ ਕਾਰਜਪਾਲਿਕਾ ਹੁੰਦੀ ਹੈ, ਜਿਵੇਂ ਕਿ ਜੋਏ ਬਿਡਨ USA ਦੇ, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਮੁੱਖ ਮੰਨਿਆ ਗਿਆ ਹੈ। ਇਹ ਸਰਕਾਰ ਦੇ 2 ਤਰ੍ਹਾਂ ਦੇ ਰੂਪ ਹੁੰਦੇ ਹਨ। ਫਿਰ ਗੱਲ ਕਰਦੇ ਹਾਂ ਅਸੀਂ ਕਿ ਕੌਣ ਕਿਸ ਨੂੰ ਸਹੁੰ ਚੁਕਾਉਂਦਾ ਹੈ। ਸਾਡੇ ਇਤਿਹਾਸ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਸਹੁੰ ਚੁਕਾਉਣੀ ਬਹੁਤ ਹੀ ਅਹਿਮ ਕੰਮ ਹੈ, ਜਿਸ ਦੇ ਨਾਲ ਕਿ ਜਿਹੜਾ ਉਹ ਬੰਦਾ ਹੁੰਦਾ ਉਹ ਆਪਣੇ ਕੰਮ ਦੇ ਵਿੱਚ, ਆਪਣੇ ਵਜੂਦ ਦੇ ਵਿੱਚ ਆਉਂਦਾ ਹੈ। ਜੇ ਮੈਂ ਗੱਲ ਕਰਾਂ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਦਾ ਕੰਮ ਕੌਣ ਕਰਦਾ ਹੈ? ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦਾ ਜਿਹੜਾ ਮੁੱਖ ਜੱਜ ਹੈ, ਸੁਪਰੀਮ ਕੋਰਟ ਦਾ ਸਭ ਤੋਂ ਉੱਤੇ ਵਾਲਾ ਜਿਹੜਾ ਜੱਜ ਹੈ, ਉਹ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ ਹੈ। ਜੇ ਗੱਲ ਕਰੀਏ ਸੁਪਰੀਮ ਕੋਰਟ ਦੇ ਜੱਜ ਨੂੰ, ਉਹਨੂੰ ਰਾਸ਼ਟਰਪਤੀ ਹੀ ਸਹੁੰ ਚੁਕਾਉਂਦਾ ਹੈ। ਜਿਹੜਾ ਪ੍ਰਧਾਨ ਮੰਤਰੀ ਹੈ, ਚਾਹੇ ਕਿਸੇ ਵੀ ਸਮੇਂ ਦਾ ਹੋਵੇ, ਉਸ ਨੂੰ ਜਿਹੜਾ ਰਾਸ਼ਟਰਪਤੀ ਹੈ ਉਹ ਸਹੁੰ ਚੁਕਾਉਂਦਾ ਹੈ। ਰਾਜਪਾਲ ਨੂੰ, ਜਿਹੜੇ ਸਾਡੇ ਸਟੇਟਸ ਦੇ ਰਾਜਪਾਲ ਨੇ, ਉਸ ਨੂੰ ਜਿਹੜਾ ਕਿ ਹਾਈ ਕੋਰਟ ਦਾ ਮੁੱਖ ਜੱਜ ਹੈ ਉਹ ਸਹੁੰ ਚੁਕਾਉਂਦਾ ਹੈ। ਹਾਈ ਕੋਰਟ ਦੇ ਜੱਜ ਨੂੰ ਰਾਜਪਾਲ ਸਹੁੰ ਚੁਕਾਉਂਦਾ ਹੈ ਅਤੇ ਮੁੱਖ ਮੰਤਰੀ ਜਿਹੜੇ ਕਿ ਸਟੇਟਸ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਵੀ ਜਿਹੜਾ ਰਾਜਪਾਲ ਹੈ ਉਹੀ ਸਹੁੰ ਚੁਕਾਉਂਦਾ ਹੈ। ਹੁਣ ਜੇਕਰ ਗੱਲ ਕਰੀਏ ਦੇਸ਼ ਨੂੰ ਚਲਾਉਣ ਵਾਲੀ ਸ਼ਾਸਨ ਪ੍ਰਣਾਲੀ ਦੀ, ਉਸ ਦੀ ਚੋਣ ਕਿਸ ਤਰ੍ਹਾਂ ਕਰੀ ਜਾਂਦੀ ਹੈ? ਸਭ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਰਾਸ਼ਟਰਪਤੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਸਾਡੀ ਇਸ ਪ੍ਰਣਾਲੀ ਦੇ ਵਿੱਚ। ਅਤੇ ਰਾਸ਼ਟਰਪਤੀ ਨੂੰ ਕਿੱਦਾਂ ਚੋਣ ਉਸ ਦਾ ਕਰਿਆ ਜਾਂਦਾ ਹੈ, ਉਸ ਦਾ ਵੇਰਵਾ ਹੈ ਕਿ ਸਭ ਤੋਂ ਪਹਿਲਾਂ ਲੋਕ ਸਭਾ, ਫਿਰ ਰਾਜ ਸਭਾ, ਫਿਰ ਰਾਜ ਵਿਧਾਨ ਸਭਾਵਾਂ ਦੇ ਮੈਂਬਰ, ਇਹ ਤਿੰਨਾਂ ਦੇ ਕਾਰਨ ਚੋਣ ਹੁੰਦੀ ਹੈ ਸਾਡੇ ਰਾਸ਼ਟਰਪਤੀ ਦੀ। ਜਿਹੜਾ ਪ੍ਰਧਾਨ ਮੰਤਰੀ ਹੈ ਉਹ ਲੋਕਾਂ ਦੇ ਦੁਆਰਾ ਹੀ ਚੁਣਿਆ ਜਾਂਦਾ ਹੈ। ਜੇਕਰ ਗੱਲ ਕਰੀਏ ਰਾਜਪਾਲ ਦੀ, ਉਹ ਰਾਸ਼ਟਰਪਤੀ ਦੁਆਰਾ ਉਸ ਦੀ ਨਿਯੁਕਤੀ ਹੁੰਦੀ ਹੈ। ਜੇ ਗੱਲ ਕਰੀਏ ਮੁੱਖ ਮੰਤਰੀ ਦੀ, ਜਿਹੜਾ ਕਿ ਸਾਡਾ CM ਹੈ, ਚੀਫ ਮਿਨਿਸਟਰ, ਜੋ ਕਿ ਇਸ ਵੇਲੇ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਲੋਕਾਂ ਦੁਆਰਾ ਹੀ ਚੁਣਿਆ ਗਿਆ ਹੈ। ਜੇ ਗੱਲ ਕਰੀਏ ਡਿਪਟੀ ਕਮਿਸ਼ਨਰ ਦੀ, ਯੋਗਤਾ ਦੇ ਆਧਾਰ 'ਤੇ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਆ, ਇਹਨਾਂ ਨੂੰ ਐਗਜ਼ਾਮ ਕਲੀਅਰ ਕਰਨਾ ਪੈਂਦਾ, ਇਹਨਾਂ ਨੂੰ ਪੇਪਰ ਕਲੀਅਰ ਕਰਨੇ ਪੈਂਦੇ ਨੇ ਅਤੇ ਇਹਨਾਂ ਨੂੰ ਯੋਗਤਾ ਦੇ ਆਧਾਰ 'ਤੇ
इन्हां दी जिहड़ी नौकरी है वो मिलती है। जेकर गल करिए तहसीलदार की, तहसीलदार नूं भी योग्यता के आधार पर ही नौकरी मिलती है। सरपंच की गल करिए, सरपंच पंच ये सब लोगों के द्वारा ही नियुक्त करे जाते हैं। जेकर हुण असीं गल करिए पंजाब की, पंजाब दे विच लोक सभा दी सीटां केवल 13 ने। MP मैंबरस ऑफ पार्लियामेंट, लोक सभा दी सीटां 13 यानी कि 13 members of parliament are present with respect to the Punjab state। राज सभा दी सीटां दी गल करिए तो 7 सीटां ने। राज विधान सभा दी सीटां दी गल करिए तो 117 MLAs members of the legislative assembly 117। तो लोक सभा दी सीटां हुई 13, राज सभा दी सीटां हुई 7 ते राज विधान सभा यानी कि MLA मैंबरस ऑफ द लैजिसलेटिव असैंबली वो साडे पंजाब विचों हैगे ने 117। जेकर हुण असीं गल करिए भारत के इतिहास नाल संबंधित समा सारणी दियां, सब तो पहला वास्को दा गामा वो भारत की खोज वास्ते आए सीगे 1498 ईस्वी दे विच। फिर बाबर आया भारत दे विच, उसदे आउण दी ईस्वी है 1526 ईस्वी। फिर ईस्ट इंडिया कंपनी की स्थापना होंदी है 1600 ईस्वी विच। करनाटक की लड़ाई होंदी है 1746 ईस्वी विच। प्लासी की लड़ाई होंदी है 1757 ईस्वी विच। बक्सर की लड़ाई होंदी है 1764 ईस्वी दे विच। रेगुलेटिंग एक्ट 1773 ईस्वी विच। पिट्स इंडिया एक्ट 1784 ईस्वी विच। सती प्रथा ते पाबंदी लगा दी गई सीगी 1829 ईस्वी दे विच। पंजाब अंग्रेजी राज विच शामिल हो गया 1849 ईस्वी विच। पहला सुतंत्र समागम द फर्स्ट रिवोल्ट दैट वाज इन 1857 ईस्वी दे विच। कांग्रेस की स्थापना हुई 1885 ईस्वी विच। बंगाल की वंड करी जाती है 1905 ईस्वी दे विच। रोलत एक्ट ते जलियांवाला बाग जिहड़ा है मसाकरे जिहड़ी घटना होंदी है 1919 ईस्वी दे विच होंदी है, जिन्हें कि सानू सारिआं नू उस वेले हिला के रख दिता सी। ना मिलवर्तन एक्ट 1920 ईस्वी दे विच। द नॉन कोऑपरेशन मूवमेंट। साइमन कमीशन 1928 ईस्वी विच। भगत सिंह नू फांसी दे दित्ती जाती है 1931 ईस्वी विच। दूजा विश्व युद्ध करवाया जाता है जिस दे विच भारत नू अंग्रेज़ां दे वल्लों उस दे विच पार्ट लैना पैंदा है। वो होया सी 1939 ईस्वी तो लेकर 1945 ईस्वी विच। भारत छड्डो अंदोलन 1942 ईस्वी दे विच स्टार्ट होया। भारत स्वतंत्रता एक्ट जिहड़ा है वो पास कराया गया कदों 1947 18 जुलाई दे विच। ते फाइनली साडी भारत की वंड हुई तो साडे भारत नू आज़ाद किया गया 15 अगस्त 1947 दे विच। संविधान पास होया 26 नवंबर 1947 दे विच। ते फिर भारती संविधान जो लागू होंदा है वो जाके लागू होंदा है जब साडा रिपब्लिक डे जिन्होंने मनाया जाता है, क्योंकि साडा कॉन्स्टिट्यूशन दैट केम इन टू बीइंग वो है 26 जनवरी 1950 ईस्वी दे विच। ते ये सीगियां कुछ गल्लां साडे भारत दे प्रति ते साडे देश दे प्रति ते साडे पंजाब दे प्रति। होप तुहानूं वधिया लग्गिया होण। साडे चैनल नूं सबसक्राइब करियो ते लाइक करियो ते अगे भी असीं इहो जिहियां गल्लां नाल ही आवांगे। तद तक ਲਈ धन्नवाद ते तुहाडा दिन बहुत ही ज़्यादा वधिया लंघे। धन्नवाद तुहाडा बहुत बहुत।